ਓਮ ਸ਼ਾਂਤੀ। ਅੱਜ ਬਾਬਾ ਦੇ 26/12/2020 ਦੇ ਮਹਾਵਚਨ। ਬਾਬਾ ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਬਾਬਾ ਆਏ ਹਨ ਤੁਹਾਨੂੰ ਬੇਹੱਦ ਦੀ ਜਾਗੀਰ ਦੇਣ ਦੇ ਲਈ। ਜਾਗੀਰ ਮਾਨਾ ਜਾਇਦਾਦ। ਇਸ ਤਰ੍ਹਾਂ ਮਿੱਠੇ ਬਾਬਾ ਨੂੰ ਤੁਸੀਂ ਪਿਆਰ ਨਾਲ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਵਿਨਾਸ਼ ਦਾ ਸਮਾਂ ਜਿੰਨਾ ਨਜ਼ਦੀਕ ਆਉਂਦਾ ਜਾਵੇਗਾ ਉਸ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ? ਕਿਵੇਂ ਪਤਾ ਲੱਗੇਗਾ ਕਿ ਵਿਨਾਸ਼ ਦਾ ਸਮਾਂ ਨਜ਼ਦੀਕ ਆ ਚੁੱਕਿਆ? ਉਸ ਦੇ ਚਿੰਨ੍ਹ, ਉਸ ਦੀਆਂ ਨਿਸ਼ਾਨੀਆਂ ਕੀ ਨਜ਼ਰ ਆਉਣਗੀਆਂ? ਉੱਤਰ ਵਿੱਚ ਬਾਬਾ ਨੇ ਕਿਹਾ, ਵਿਨਾਸ਼ ਦਾ ਸਮਾਂ ਨਜ਼ਦੀਕ ਹੋਵੇਗਾ ਤਾਂ 6 ਮੁੱਖ ਨਿਸ਼ਾਨੀਆਂ ਬਾਬਾ ਨੇ ਅੱਜ ਦੱਸੀਆਂ। ਪਹਿਲੀ ਹੈ, ਸਭ ਨੂੰ ਪਤਾ ਲੱਗ ਜਾਵੇਗਾ ਕਿ ਸਾਡਾ ਬਾਬਾ ਆਇਆ ਹੋਇਆ ਹੈ। ਔਰ ਦੂਸਰਾ, ਹੁਣ ਨਵੀਂ ਦੁਨੀਆ ਦੀ ਸਥਾਪਨਾ, ਪੁਰਾਣੀ ਦੁਨੀਆ ਦਾ ਵਿਨਾਸ਼ ਹੋਣਾ ਹੈ। ਬਹੁਤਿਆਂ ਨੂੰ ਸਾਖਸ਼ਾਤਕਾਰ ਵੀ ਹੋਣਗੇ। ਤੀਸਰਾ, ਸੰਨਿਆਸੀਆਂ ਔਰ ਰਾਜਿਆਂ ਦਾ ਨੂੰ ਗਿਆਨ ਆਦਿ ਮਿਲੇਗਾ। ਸੰਨਿਆਸੀਆਂ ਨੂੰ ਵੀ ਅਤੇ ਰਾਜਿਆਂ ਨੂੰ ਵੀ ਗਿਆਨ ਮਿਲੇਗਾ। ਚੌਥੀ ਗੱਲ, ਜਦੋਂ ਸੁਣੋਗੇ ਕਿ ਬੇਹੱਦ ਦਾ ਬਾਪ ਆਇਆ ਹੈ, ਉਹੀ ਸਦਗਤੀ ਦੇਣ ਵਾਲਾ ਹੈ ਤਾਂ ਬਹੁਤ ਆਉਣਗੇ। ਪੰਜਵਾਂ, ਅਖਬਾਰਾਂ ਦੁਆਰਾ ਅਨੇਕਾਂ ਨੂੰ ਸੁਨੇਹਾ ਮਿਲੇਗਾ। ਔਰ ਛੇਵਾਂ ਹੈ, ਤੁਸੀਂ ਬੱਚੇ ਆਤਮ ਅਭਿਮਾਨੀ ਬਣਦੇ ਜਾਓਗੇ, ਇੱਕ ਬਾਪ ਦੀ ਹੀ ਯਾਦ ਵਿੱਚ ਅਤੀ ਇੰਦਰੀਏ ਸੁਖ ਵਿੱਚ ਰਹੋਗੇ। गीत है आज दा, इस पाप की दुनिया से कहीं और ले चल। ओम शांति। ਇਹ ਕੌਣ ਕਹਿੰਦੇ ਹਨ ਅਤੇ ਕਿਸ ਨੂੰ ਕਹਿੰਦੇ ਹਨ? ਰੂਹਾਨੀ ਬੱਚੇ ਬਾਬਾ ਨੂੰ ਘੜੀ-ਘੜੀ ਰੂਹਾਨੀ ਕਿਉਂ ਕਹਿੰਦੇ ਹਨ? ਕਿਉਂਕਿ ਹੁਣ ਆਤਮਾਵਾਂ ਨੇ ਜਾਣਾ ਹੈ। ਕਿੱਥੇ ਜਾਣਾ ਹੈ? ਵਾਪਸ ਆਪਣੇ ਘਰ। ਫਿਰ ਇਸ ਦੁਨੀਆ ਵਿੱਚ ਆਉਣਗੇ ਤਾਂ ਸੁਖ ਹੋਵੇਗਾ। ਆਤਮਾਵਾਂ ਨੇ ਇਹ ਸੁਖ ਸ਼ਾਂਤੀ ਦਾ ਵਰਸਾ ਕਲਪ ਪਹਿਲਾਂ ਵੀ ਪਾਇਆ ਸੀ। ਹੁਣ ਫਿਰ ਇਹ ਵਰਸਾ ਰਿਪੀਟ ਹੋ ਰਿਹਾ ਹੈ। ਰਿਪੀਟ ਹੋਵੇ ਤਾਂ ਸ੍ਰਿਸ਼ਟੀ ਦਾ ਚੱਕਰ ਵੀ ਫਿਰ ਤੋਂ ਰਿਪੀਟ ਹੋਵੇ। ਰਿਪੀਟ ਤਾਂ ਸਾਰਾ ਹੁੰਦਾ ਹੈ ਨਾ। ਜੋ ਕੁਝ ਬੀਤ ਗਿਆ ਸੋ ਰਿਪੀਟ ਹੋਵੇਗਾ। ਐਦਾਂ ਹੀ ਤਾਂ ਨਾਟਕ ਵੀ ਰਿਪੀਟ ਹੁੰਦੇ ਹਨ ਨਾ। ਤਾਂ ਬਾਬਾ ਕਹਿੰਦੇ ਨਾਟਕ ਵੀ ਜਿਹੜੇ ਹੈ ਹੱਦ ਦੇ, ਉਹ ਵੀ ਤਾਂ ਰਿਪੀਟ ਹੁੰਦੇ ਹਨ ਨਾ। ਪਰੰਤੂ ਉਸ ਵਿੱਚ ਚੇਂਜ ਵੀ ਕਰ ਸਕਦੇ ਹਾਂ। ਇੱਕ ਕੈਰੈਕਟਰ ਛੱਡ ਕੇ ਚਲਿਆ ਜਾਂਦਾ ਹੈ, ਉਸ ਦੀ ਜਗ੍ਹਾ ਦੂਸਰਾ ਵੀ ਪਾਰਟ ਬਜਾ ਲੈਂਦਾ ਹੈ। ਬਾਬਾ ਕਹਿੰਦੇ ਚੇਂਜ ਵੀ ਕਰ ਸਕਦੇ ਹਾਂ। ਕੋਈ ਅੱਖਰ ਭੁੱਲ ਜਾਂਦੇ ਹਨ ਤਾਂ ਬਣਾ ਕੇ ਵੀ ਪਾ ਦਿੰਦੇ ਹਨ ਹੱਦ ਦੇ ਨਾਟਕ ਵਿੱਚ। ਇਸ ਨੂੰ ਫਿਰ ਵਾਇਸਕੋਪ ਕਿਹਾ ਜਾਂਦਾ ਹੈ। ਇਸ ਵਿੱਚ ਚੇਂਜ ਨਹੀਂ ਹੋ ਸਕਦੀ। ਇਹ ਅਨਾਦਿ ਬਣਿਆ ਬਣਾਇਆ ਡਰਾਮਾ ਹੈ। ਉਸ ਨਾਟਕ ਨੂੰ ਤਾਂ ਬਣਿਆ ਬਣਾਇਆ ਨਹੀਂ ਕਹਾਂਗੇ। ਇਸ ਡਰਾਮਾ ਨੂੰ ਸਮਝਣ ਨਾਲ ਤੁਸੀਂ ਉਸ ਦੇ ਲਈ ਵੀ ਸਮਝ ਵਿੱਚ ਆ ਜਾਵੇਗਾ। ਬੱਚੇ ਸਮਝਦੇ ਹਨ ਜੋ ਨਾਟਕ ਆਦਿ ਹੁਣ ਦੇਖਦੇ ਹੋ ਉਹ ਤਾਂ ਸਾਰੇ ਝੂਠੇ ਹਨ। ਕਲਯੁਗ ਵਿੱਚ ਜੋ ਚੀਜ਼ ਦੇਖੀ ਜਾਂਦੀ ਹੈ ਉਹ ਸਤਯੁਗ ਵਿੱਚ ਹੋਵੇਗੀ ਹੀ ਨਹੀਂ। ਸਤਯੁਗ ਵਿੱਚ ਜੋ ਹੋਇਆ ਸੀ ਸੋ ਫਿਰ ਸਤਯੁਗ ਵਿੱਚ ਹੀ ਹੋਵੇਗਾ। ਇਹ ਹੱਦ ਦੇ ਨਾਟਕ ਆਦਿ ਫਿਰ ਵੀ ਭਗਤੀ ਮਾਰਗ ਵਿੱਚ ਹੋਣਗੇ। ਜੋ ਚੀਜ਼ ਭਗਤੀ ਮਾਰਗ ਵਿੱਚ ਹੁੰਦੀ ਹੈ ਉਹ ਗਿਆਨ ਮਾਰਗ ਅਰਥਾਤ ਸਤਯੁਗ ਦੇ ਵਿੱਚ ਨਹੀਂ ਹੁੰਦੀ। ਤਾਂ ਹੁਣ ਬੇਹੱਦ ਦੇ ਬਾਪ ਤੋਂ ਤੁਸੀਂ ਬੇਹੱਦ ਦਾ ਵਰਸਾ ਲੈ ਰਹੇ ਹੋ। ਬਾਬਾ ਨੇ ਸਮਝਾਇਆ ਹੈ, ਇੱਕ ਹੈ ਲੌਕਿਕ ਬਾਪ ਤੋਂ ਅਤੇ ਦੂਸਰਾ ਹੈ ਪਰਲੌਕਿਕ ਬਾਪ ਤੋਂ ਵਰਸਾ ਲੈਣਾ। ਤਾਂ ਵਰਸਾ ਮਿਲਦਾ ਹੈ। ਬਾਕੀ ਜੋ ਅਲੌਕਿਕ ਬਾਪ ਹੈ ਬ੍ਰਹਮਾ ਬਾਬਾ, ਉਸ ਤੋਂ ਵਰਸਾ ਨਹੀਂ ਮਿਲਦਾ। ਉਹ ਤਾਂ ਖੁਦ ਵਰਸਾ ਪਾਉਂਦੇ ਹਨ। ਭਗਤੀ ਮਾਰਗ ਵਿੱਚ ਲੌਕਿਕ ਅਤੇ ਪਰਲੌਕਿਕ ਦੋਨਾਂ ਨੂੰ ਯਾਦ ਕਰਦੇ ਹਨ, ਪਰੰਤੂ ਅਲੌਕਿਕ ਨੂੰ ਯਾਦ ਨਹੀਂ ਕਰਦੇ ਕਿਉਂਕਿ
ਇਸ ਦਾ ਵਰਸਾ, ਇਸ ਤੋਂ ਕੋਈ ਵਰਸਾ ਨਹੀਂ ਮਿਲਦਾ। बाबा कहते वर्षा क्रिएटर तो मिलता है, माना रचयिता शिव बाबा है और वर्षा रचयिता तो मिलता है। ये है बेहद दा बाप। ब्रह्मा दे कोल बेहद दा वर्षा है कि बाबा ने पूछा। बाप द्वारा, बाप इन्हां द्वारा बैठ के समझाउंदे हन, इसनों भी वर्षा मिलता है ब्रह्मा बाबा नूं। इस तरह नहीं कि वर्षा लैके तुहानूं दिंदे हन। बाबा कहते हैं तुसी इसनों भी याद ना करो। ये बेहद दे बाप तो तुहानूं प्रॉपर्टी मिलती है। लौकिक बाप तो हद दा ते परलौकिक बाप तो बेहद दा वर्षा, दोनों रिजर्व हो गए। बाबा कह रहे शिव बाबा तो वर्षा मिलता है, बुद्धि विच आउंदा है, बाकी ब्रह्मा बाबा दा वर्षा की कहांगे, बुद्धि विच जगीर आउंदी है ना, जायदाद आउंदी है ना। ਤਾਂ ਇਹ ਬੇਹੱਦ ਦੀ ਬਾਦਸ਼ਾਹੀ ਤੁਹਾਨੂੰ ਉਸ ਤੋਂ ਮਿਲਦੀ ਹੈ। ਤਾਂ ਇਹ ਹੈ ਬੜਾ ਬਾਬਾ। शिव बाबा है बड़ा बाबा और ब्रह्मा बाबा है बड़ा बाबा। बाबा कहते ਇਹ ਤਾਂ ਕਹਿੰਦੇ ਹਨ ਮੈਨੂੰ ਯਾਦ ਨਾ ਕਰੋ, ਮੇਰੀ ਤਾਂ ਕੋਈ ਪ੍ਰਾਪਰਟੀ ਨਹੀਂ ਜੋ ਤੁਹਾਨੂੰ ਮਿਲੇ। ब्रह्मा बाबा कदे नहीं कहते कि मैनू याद करो। हाँ, ब्रह्मा बाबा ने जो कर्म किया है ਅਸੀਂ ब्रह्मा बाबा ਨੂੰ फॉलो करना है। याद ਤਾਂ शिव बाबा ਨੂੰ करना है, लेकिन सानू चलना आसान हो जाता है क्योंकि जिहा जिहा कर्म बाबा ने किया तो फॉलो फादर और ब्रह्मा बाबा ਨੂੰ देख के करना है। तो जिस तो प्रॉपर्टी मिलनी है उसनों याद करो। ਉਹ ਕਹਿੰਦੇ ਹਨ ਮਾਮੇਕਮ याद करो। लौकिक बाप ਦੀ प्रॉपर्टी ਤਾਂ ਕਿੰਨਾ ਝਗੜਾ ਚੱਲਦਾ ਹੈ। ਇੱਥੇ ਤਾਂ ਕੋਈ ਝਗੜੇ ਦੀ ਗੱਲ ਨਹੀਂ ਹੈ ਨਾ। ਦੇਹ ਦੇ ਸਾਰੇ ਸੰਬੰਧ ਛੱਡ ਕੇ ਆਪਣੇ ਆਪ ਨੂੰ ਅਸ਼ਰੀਰੀ ਆਤਮਾ ਸਮਝਣਾ ਹੈ। ਇਸ ਵਿੱਚ ਹੀ ਮਿਹਨਤ ਹੈ। ਪੜ੍ਹਾਈ ਦੇ ਲਈ ਕੋਈ ਮਿਹਨਤ ਚਾਹੀਦੀ ਹੈ ਨਾ। ਬਾਬਾ ਕਹਿੰਦੇ ਕੋਈ ਤਾਂ ਮਿਹਨਤ ਪੜ੍ਹਾਈ ਵਿੱਚ ਚਾਹੀਦੀ ਹੈ ਨਾ। ਇਸ ਯਾਦ ਦੀ ਯਾਤਰਾ ਨਾਲ ਤੁਸੀਂ ਪਤਿਤ ਤੋਂ ਪਾਵਨ ਬਣਦੇ ਹੋ। ਉਹ ਯਾਤਰਾ ਤਾਂ ਕਰਦੇ ਹੋ ਸਰੀਰ ਨਾਲ। ਇਹ ਹੈ ਆਤਮਾ ਦੀ ਯਾਤਰਾ। ਇਹ ਤੁਹਾਡੀ ਯਾਤਰਾ ਹੈ ਪਰਮਧਾਮ ਜਾਣ ਦੇ ਲਈ। परम धाम अर्थात मुक्ति धाम कोई जा नहीं सकता सिवाय इस पुरुषार्थ दे। जो चंगी तरह याद करते हैं ਉਹੀ जा सकते हैं ਅਤੇ ਫਿਰ ਉੱਚਾ ਪਦ ਵੀ ਉਹੀ ਪਾਉਣਗੇ। ਜਾਣਗੇ ਤਾਂ ਸਾਰੇ, ਪਰੰਤੂ ਉਹ ਹਨ ਪਤਿਤ ਨਾ, ਇਸ ਲਈ ਪੁਕਾਰਦੇ ਹਨ। ਆਤਮਾ ਯਾਦ ਕਰਦੀ ਹੈ, ਖਾਂਦੀ ਪੀਂਦੀ ਸਭ ਆਤਮਾ ਕਰਦੀ ਹੈ ਨਾ। ਤਾਂ ਇਸ ਲਈ ਇਸ ਸਮੇਂ ਤੁਹਾਨੂੰ ਦੇਹੀ ਅਭਿਮਾਨੀ ਬਣਨਾ ਹੈ। ਇਸ ਵਿੱਚ ਹੀ ਮਿਹਨਤ ਹੈ। ਬਿਗਰ ਮਿਹਨਤ ਤਾਂ ਬਾਬਾ ਕਹਿ ਰਹੇ ਕੁਝ ਵੀ ਮਿਲਦਾ ਨਹੀਂ ਹੈ। ਜੇ ਬੁੱਧੀ ਵਿੱਚ ਠੀਕ ਰੀਤੀ ਬੈਠ ਗਿਆ ਤਾਂ ਕਹਾਂਗੇ ਬਸ ਇਸ ਰੂਹਾਨੀ ਯਾਤਰਾ ਵਿੱਚ ਲੱਗ ਜਾਂਦਾ ਹਾਂ। ਇਸ ਤਰ੍ਹਾਂ ਤੀਵਰ ਵੇਗ ਨਾਲ ਚੱਲਣ ਲੱਗ ਜਾਂਦੇ ਹਨ। ਬਾਬਾ ਕਹਿੰਦੇ ਤੀਵਰ ਵੇਗ ਲੱਗ ਜਾਵੇ ਤਾਂ ਚੰਗੀ ਦੌੜੀ ਪਹਿਨ ਸਕਦੇ ਹਨ। ਘਰ ਵਿੱਚ ਰਹਿੰਦੇ ਵੀ ਬੁੱਧੀ ਵਿੱਚ ਆ ਜਾਵੇਗਾ ਕਿ ਇਹ ਤਾਂ ਬਹੁਤ ਚੰਗੀ ਸੱਚੀ ਗੱਲ ਹੈ ਨਾ। ਅਸੀਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੀਏ। ਪਤਿਤ ਪਾਵਨ ਬਾਪ ਨੂੰ ਮੈਂ ਯਾਦ ਕਰਦਾ ਹਾਂ। ਬਾਪ ਦੇ ਫਰਮਾਨ ਤੇ ਚੱਲੀਏ ਤਾਂ ਪਾਵਨ ਬਣ ਸਕਦੇ ਹੋ। ਬਣਨਗੇ ਵੀ ਜ਼ਰੂਰ ਕਿਉਂਕਿ ਪੁਰਸ਼ਾਰਥ ਦੀ ਗੱਲ ਹੈ ਨਾ। ਬਾਬਾ ਨੇ ਸਮਝਾਇਆ ਹੈ ਕਿ ਇਹ ਤੁਹਾਡਾ ਬਹੁਤ ਉੱਚਾ ਕੁੱਲ ਹੈ। ਇਹ ਵੀ ਸਮਝਦੇ ਹੋ ਕਿ ਸਾਰੀ ਦੁਨੀਆ ਨੂੰ ਪੈਗਾਮ ਜ਼ਰੂਰ ਮਿਲੇਗਾ। ਜਿਵੇਂ ਕੋਈ ਕਹਿੰਦੇ ਹਨ ਭਗਵਾਨ ਜ਼ਰੂਰ ਕਿਤੇ ਆਏਗਾ, ਪਰੰਤੂ ਪਤਾ ਨਹੀਂ ਹੈ। ਅੰਤ ਵਿੱਚ ਪਤਾ ਲੱਗੇਗਾ ਸਾਰਿਆਂ ਨੂੰ, ਅਖਬਾਰ ਵਿੱਚ ਵੀ ਪੈ ਜਾਵੇਗਾ। ਹੁਣ ਤਾਂ ਥੋੜਾ ਪਾਉਂਦੇ ਹਨ ਨਾ। ਇਸ ਤਰ੍ਹਾਂ ਨਹੀਂ ਕਿ ਇੱਕ ਅਖਬਾਰ ਸਾਰੇ ਪੜ੍ਹਦੇ ਹਨ। ਲਾਇਬ੍ਰੇਰੀ ਵਿੱਚ ਪੜ੍ਹ ਸਕਦੇ ਹਨ। ਕੋਈ 2-4 ਅਖਬਾਰ ਵੀ ਪੜ੍ਹਦੇ ਹਨ, ਕੋਈ ਬਿਲਕੁਲ ਵੀ ਨਹੀਂ ਪੜ੍ਹਦੇ। ਤਾਂ ਇਹ ਸਾਰਿਆਂ ਨੂੰ ਪਤਾ ਲੱਗਣਾ ਹੀ ਹੈ ਕਿ ਬਾਬਾ ਆਇਆ ਹੈ। ਵਿਨਾਸ਼ ਦਾ ਸਮਾਂ ਨਜ਼ਦੀਕ ਹੈ ਤਾਂ ਪਤਾ ਲੱਗ ਜਾਵੇਗਾ। ਹੁਣ ਤੁਸੀਂ ਭਗਤੀ ਮਾਰਗ ਪਾਸ ਕਰਕੇ ਗਿਆਨ ਮਾਰਗ ਵਿੱਚ ਆਏ ਹੋ। ਅਗਲੀ ਪੁਆਇੰਟ ਬਾਬਾ ਦੱਸ ਰਹੇ ਕਿ ਹੁਣ ਤੁਸੀਂ ਭਗਤੀ ਮਾਰਗ ਪਾਸ ਕਰਕੇ ਗਿਆਨ ਮਾਰਗ ਵਿੱਚ ਆਏ ਹੋ। ਤੁਸੀਂ ਜਾਣਦੇ ਹੋ
ਕਿ ਸਾਡੀ ਆਤਮਾ ਵਿੱਚ ਇਹ ਪਾਰਟ ਹੈ ਜੋ ਚੱਲ ਰਿਹਾ ਹੈ। ਨੋਂਦ ਸੀ ਜੋ ਫਿਰ ਤੋਂ ਅਸੀਂ ਰਾਜਯੋਗ ਸਿੱਖ ਰਹੇ ਹਾਂ ਬਾਪ ਤੋਂ। ਬਾਪ ਨੂੰ ਹੀ ਆ ਕੇ ਨੌਲੇਜ ਦੇਣੀ ਹੈ। ਆਤਮਾ ਵਿੱਚ ਨੋਂਦ ਹੈ ਨਾ, ਉੱਥੇ ਜਾ ਕੇ ਪਹੁੰਚਾਂਗੇ, ਫਿਰ ਨਵੀਂ ਦੁਨੀਆ ਦਾ ਪਾਰਟ ਰਿਪੀਟ ਹੋਵੇਗਾ। ਆਤਮਾ ਦੇ ਸਾਰੇ ਰਿਕਾਰਡ ਨੂੰ ਇਸ ਸਮੇਂ ਤੁਸੀਂ ਸਮਝ ਗਏ ਹੋ, ਸ਼ੁਰੂ ਤੋਂ ਲੈ ਕੇ ਅੰਤ ਤੱਕ। ਫਿਰ ਇਹ ਬੰਦ ਹੋ ਜਾਵੇਗਾ। ਭਗਤੀ ਮਾਰਗ ਦਾ ਪਾਰਟ ਵੀ ਬੰਦ ਹੋ ਜਾਵੇਗਾ। ਫਿਰ ਜੋ ਤੁਹਾਡੀ ਐਕਟ ਸਤਯੁਗ ਵਿੱਚ ਚੱਲੀ ਹੋਵੇਗੀ ਉਹੀ ਚੱਲੇਗੀ। ਕੀ ਹੋਵੇਗਾ ਇਹ ਬਾਬਾ ਨਹੀਂ ਦੱਸਦੇ। ਜੋ ਕੁਝ ਹੋਵੇਗਾ ਉਹੀ ਹੋਵੇਗਾ। ਸਮਝਿਆ ਜਾਂਦਾ ਹੈ ਸਤਯੁਗ ਹੈ ਨਵੀਂ ਦੁਨੀਆ। ਉੱਥੇ ਜ਼ਰੂਰ ਸਭ ਕੁਝ ਨਵਾਂ, ਸਤੋ ਪ੍ਰਧਾਨ, ਸਸਤਾ ਹੋਵੇਗਾ। ਜੋ ਕੁਝ ਕਲਪ ਪਹਿਲਾਂ ਹੋਇਆ ਸੀ ਉਹੀ ਹੋਵੇਗਾ। ਇਹ ਹਨ ਸਾਰੀਆਂ ਨਵੀਆਂ ਗੱਲਾਂ ਜੋ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ। ਹਿਸਾਬ ਕਿਤਾਬ ਚੁਕਤੂ ਕਰਨਾ ਹੈ, ਰਿਕਾਰਡ ਪੂਰਾ ਹੁੰਦਾ ਹੈ। ਬਾਬਾ ਕਹਿੰਦੇ ਕਿ ਇਹ ਸਾਰਾ ਸਮਝਣਾ ਹੈ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਹੈ ਮਾਲਾ ਵਿੱਚ ਪਿਰੋਣ ਦੇ ਲਈ ਦੇਹੀ ਅਭਿਮਾਨੀ ਬਣ ਤੀਵਰ ਵੇਗ ਨਾਲ ਯਾਦ ਦੀ ਯਾਤਰਾ ਕਰਨੀ ਹੈ। ਬਾਪ ਦੇ ਫਰਮਾਨ ਤੇ ਚੱਲ ਕੇ ਪਾਵਨ ਬਣਨਾ ਹੈ। ਦੂਸਰਾ ਹੈ ਬਾਪ ਦੀ ਪਛਾਣ ਦੇ ਕੇ ਬਹੁਤਿਆਂ ਨੂੰ ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ। ਇੱਥੇ ਵਨਵਾਹ ਵਿੱਚ ਹੋ, ਮਨਾ ਵਨਵਾਹ ਵਿੱਚ ਰਹਿਣਾ ਹੈ, ਵਨਵਾਸ ਵਿੱਚ ਰਹਿਣਾ ਹੈ। ਅੰਤ ਵਿੱਚ ਹਾਹਾਕਾਰ ਦੀ ਸੀਨ ਦੇਖਣ ਦੇ ਲਈ ਮਹਾਵੀਰ ਬਣਨਾ ਹੈ। ਫਿਰ ਵਰਦਾਨ ਹੈ ਅੱਜ ਦਾ, ਹਰ ਕਰਮ ਵਿੱਚ ਫਾਲੋ ਫਾਦਰ ਕਰ, ਸਨੇਹ ਦਾ ਰਿਸਪੌਂਡ ਦੇਣ ਵਾਲੇ ਤੀਵਰ ਪੁਰਸ਼ਾਰਥੀ ਭਵ। ਵਿਸਤਾਰ ਨਾਲ ਬਾਬਾ ਨੇ ਦੱਸਿਆ ਜਿਸ ਨਾਲ ਸਨੇਹ ਹੁੰਦਾ ਹੈ ਉਸ ਨੂੰ ਆਟੋਮੈਟਿਕਲੀ ਫੋਲੋ ਕਰਨਾ ਹੁੰਦਾ ਹੈ, ਆਪਣੇ ਆਪ ਹੀ ਫੋਲੋ ਹੋ ਜਾਂਦਾ ਹੈ। ਸਦਾ ਯਾਦ ਰਵੇ ਕਿ ਇਹ ਕਰਮ ਜੋ ਕਰ ਰਹੇ ਹਾਂ ਇਹ ਫਾਲੋ ਫਾਦਰ ਹੈ। ਜੇਕਰ ਨਹੀਂ ਹੈ ਤਾਂ ਸਟਾਪ ਕਰ ਦੋ, ਮਾਨਾ ਇੱਕਦਮ ਰੋਕ ਦੋ, ਉਸ ਨੂੰ ਕਰਨਾ ਨਹੀਂ ਚਾਹੀਦਾ। ਬਾਬਾ ਕਹਿੰਦੇ ਬਾਪ ਨੂੰ ਕਾਪੀ ਕਰਕੇ ਬਾਪ ਸਮਾਨ ਬਣੋ। ਕਾਪੀ ਕਰਨ ਦੇ ਲਈ ਜਿਵੇਂ ਕਾਰਬਨ ਪੇਪਰ ਪਾਉਂਦੇ ਹੋ ਉਸੇ ਤਰ੍ਹਾਂ ਅਟੈਂਸ਼ਨ ਮਾਨਾ ਧਿਆਨ ਨਾਲ ਪੇਪਰ ਪਾਓ ਤਾਂ ਕਾਪੀ ਹੋ ਜਾਵੇਗਾ। ਕਿਉਂਕਿ ਹੁਣ ਹੀ ਤੀਵਰ ਪੁਰਸ਼ਾਰਥੀ ਬਣ ਆਪਣੇ ਆਪ ਨੂੰ ਹਰ ਸ਼ਕਤੀ ਤੋਂ ਸੰਪੰਨ ਬਣਾਉਣ ਦਾ ਸਮਾਂ ਹੈ। ਜੇਕਰ ਆਪਣੇ ਨੂੰ ਸੰਪੰਨ ਨਹੀਂ ਕਰ ਸਕਦੇ ਤਾਂ ਸਹਿਯੋਗ ਲਵੋ, ਮਾਨਾ ਖੁਦ ਹੀ ਖੁਦ ਨੂੰ ਸੰਪੰਨ ਨਹੀਂ ਕਰ ਸਕਦੇ ਤਾਂ ਸਹਿਯੋਗ ਲਵੋ, ਨਹੀਂ ਤਾਂ ਅੱਗੇ ਚੱਲ ਕੇ ਟੂ ਲੇਟ, ਮਾਨਾ ਬਹੁਤ ਦੇਰ ਹੋ ਜਾਵੇਗੀ। ਸਲੋਗਨ ਹੈ ਸੰਤੁਸ਼ਟਤਾ ਦਾ ਫਲ ਪ੍ਰਸੰਨਤਾ ਹੈ। ਪ੍ਰਸੰਨ ਚਿੱਤ ਬਣਨ ਨਾਲ ਪ੍ਰਸ਼ਨ ਸਮਾਪਤ ਹੋ ਜਾਂਦੇ ਹਨ। ਅੱਛਾ, ਓਮ ਸ਼ਾਂਤੀ।